ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਧਾਰਨ ਵਿਅਕਤੀਆਂ ਨੂੰ ਹਰ ਪਾਸਿਓਂ ਮੁਕੰਮਲ ਰੂਪ ਦੇ ਕੇ ਖਾਲਸੇ ਬਣਾਇਆ ਹੈ। ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਦੀ ਹਰ ਸਮੇਂ ਬਹੁੜੀ ਕਰਦੇ ਹਨ। ਸਤਿਗੁਰ ਜੀ ਨੇ ਜਿੱਥੇ ਆਪਣੇ ਗੁਰਸਿੱਖਾਂ ਨੂੰ ਸ਼ਾਸਤਰ ਹਥਿਆਰ ਬਖਸ਼ੇ ਹਨ ਆਪਣੀ ਰੱਖਿਆ ਵਾਸਤੇ, ਪਰ ਕਈ ਵਾਰ ਸਮਾਂ ਐਸਾ ਬਣ ਜਾਂਦਾ ਹੈ ਜਿੱਥੇ ਕੋਈ ਵੀ ਹਥਿਆਰ ਕੰਮ ਨਹੀਂ ਆਉਂਦਾ। ਫਿਰ ਇੱਕੋ ਹੀ ਹਥਿਆਰ ਸਿੱਖ ਵਾਸਤੇ ਰਹਿ ਜਾਂਦਾ ਹੈ, ਉਹ ਹੈ ਅਰਦਾਸ। ਅਤੇ ਇੱਕ ਐਸੀ ਹੀ ਘਟਨਾ ਸੋਢੀ ਹਰਭਜਨ ਸਿੰਘ ਜੀ ਦੇ ਲੜਕੇ ਦੇ ਨਾਲ ਵਾਪਰੀ ਸੀ। ਅਤੇ ਸੋਢੀ ਹਰਭਜਨ ਸਿੰਘ ਜੀ ਦੇ ਜੀਵਨ ਬਾਰੇ ਦਾਸ ਨੇ ਪਹਿਲਾਂ ਵੀ ਵੀਡੀਓਜ਼ ਬਣਾਈਆਂ ਹਨ, ਜਿਨ੍ਹਾਂ ਦਾ ਲਿੰਕ ਡਿਸਕ੍ਰਿਪਸ਼ਨ ਅਤੇ ਆਈ ਬਟਨ 'ਤੇ ਆਪ ਜੀਆਂ ਨੂੰ ਮਿਲ ਜਾਵੇਗਾ। ਅਤੇ ਆਪ ਵਿੱਚੋਂ ਬਹੁਤੀਆਂ ਸੰਗਤਾਂ ਨੇ ਮੰਗ ਵੀ ਕੀਤੀ ਸੀ ਕਿ ਸੋਢੀ ਸਾਹਿਬ ਦੇ ਜੀਵਨ ਵਿੱਚੋਂ ਹੋਰ ਵੀ ਵੀਡੀਓਜ਼ ਅਪਲੋਡ ਕੀਤੀਆਂ ਜਾਣ। ਸੋ ਆਪ ਸੰਗਤਾਂ ਦੀ ਮੰਗ 'ਤੇ ਹੀ ਇਹ ਵੀਡੀਓ ਅਪਲੋਡ ਕੀਤੀ ਜਾ ਰਹੀ ਹੈ। ਸੋਢੀ ਸਾਹਿਬ ਜੀ ਦੇ 3 ਲੜਕੇ ਸਨ ਅਤੇ ਜੋ ਵਿਚਕਾਰਲਾ ਲੜਕਾ ਜਸਤੇਜ ਸਿੰਘ ਸੀ ਉਹ ਸਮੁੰਦਰੀ ਜਹਾਜ਼ਾਂ ਵਿੱਚ ਬਿਜਲੀ ਦਾ ਇੰਜੀਨੀਅਰ ਸੀ। ਅਤੇ ਜਸਤੇਜ ਸਿੰਘ ਜੀ ਨੇ ਦੁਨੀਆ ਦੇ ਤਕਰੀਬਨ ਸਾਰੇ ਹੀ ਮੁਲਕ ਸਮੁੰਦਰ ਦੀ ਹਿੱਕ 'ਤੇ ਚੜ੍ਹ ਕੇ ਗਾਹੇ ਹੋਏ ਸਨ। ਉਹਨਾਂ ਨੇ ਦੱਸਿਆ ਕਿ ਸਾਡਾ ਜਹਾਜ਼ ਇੱਕ ਵਾਰੀ ਅਮਰੀਕਾ ਨੂੰ ਜਾ ਰਿਹਾ ਸੀ ਅਤੇ ਅਚਾਨਕ ਹੀ ਬਹੁਤ ਭਾਰੀ ਤੂਫਾਨ ਆ ਗਿਆ। ਅਤੇ ਉਹ ਤੂਫਾਨ ਇੰਨਾ ਭਾਰੀ ਸੀ ਕਿ ਜਦ ਤੂਫਾਨ ਜਹਾਜ਼ ਨੂੰ ਟੱਕਰ ਮਾਰਦਾ ਤਾਂ ਜਹਾਜ਼ ਦਾ ਮੂੰਹ ਟੱਕਰ ਦੇ ਨਾਲ ਪੂਰਾ ਘੁੰਮ ਜਾਂਦਾ ਸੀ। ਅਤੇ ਉਹ ਜਹਾਜ਼ ਉਸ ਸਮੇਂ ਦੇ ਜਹਾਜ਼ਾਂ ਵਿੱਚੋਂ ਸਾਰੀ ਦੁਨੀਆ ਦੇ ਜਹਾਜ਼ਾਂ ਨਾਲੋਂ ਵੱਡਾ ਸੀ ਅਤੇ ਇਕਲੌਤਾ ਹੀ ਉਹ ਦੁਨੀਆ ਦਾ ਸਮੁੰਦਰੀ ਜਹਾਜ਼ ਸੀ ਅਤੇ ਜਿਸ ਦਾ ਭਾਰ 4.5 ਲੱਖ ਟਨ ਸੀ। ਪਰ ਫਿਰ ਵੀ ਜਹਾਜ਼ ਸਮੁੰਦਰ ਦੇ ਤੂਫਾਨ ਸਾਹਮਣੇ ਇੱਕ ਖਿਡੌਣਾ ਹੀ ਸੀ। ਅਤੇ ਕਿਸੇ ਦੀ ਪੇਸ਼ ਨਾ ਜਾਂਦੀ ਵੇਖ ਕੇ ਜਹਾਜ਼ ਦੇ ਕਪਤਾਨ ਨੇ ਸਟੀਅਰਿੰਗ ਆਪਣੇ ਹੱਥ ਦੇ ਵਿੱਚ ਲੈ ਲਿਆ ਅਤੇ ਜੋ ਜਹਾਜ਼ ਦੇ ਬਾਕੀ ਕਾਮੇ ਅਧਿਕਾਰੀ ਸਨ ਉਹਨਾਂ ਨੂੰ ਸਮੁੰਦਰ ਵਿੱਚ ਲਾਈਫ ਬੈਲਟਾਂ ਬੰਨ੍ਹ ਕੇ ਸਮੁੰਦਰ ਵਿੱਚ ਕੁੱਦ ਜਾਣ ਲਈ ਤਿਆਰ ਹੋਣ ਦਾ ਹੁਕਮ ਦੇ ਦਿੱਤਾ, ਕਿਉਂਕਿ ਜੋ ਸਮੁੰਦਰੀ ਜਹਾਜ਼ ਦਾ ਕਪਤਾਨ ਹੁੰਦਾ ਹੈ ਉਸ ਨੂੰ ਹੁਕਮ ਅਨੁਸਾਰ ਜਹਾਜ਼ ਦੇ ਨਾਲ ਹੀ ਡੁੱਬਣਾ ਹੁੰਦਾ ਹੈ। ਅਤੇ ਇਸ ਬਿਪਤਾ ਦੇ ਸਮੇਂ ਵਿੱਚ ਜਹਾਜ਼ ਨਾਲ ਬੰਨੀਆਂ ਹੋਈਆਂ ਕਿਸ਼ਤੀਆਂ ਖੋਲ੍ਹ ਦਿੱਤੀਆਂ ਗਈਆਂ, ਜਿਨ੍ਹਾਂ ਦੇ ਵਿੱਚ ਬਚਾਅ ਦਾ ਅਤੇ ਖਾਣ ਪੀਣ ਦਾ ਐਮਰਜੈਂਸੀ ਰਾਸ਼ਨ ਰੱਖਿਆ ਹੋਇਆ ਹੁੰਦਾ ਹੈ। ਅਤੇ ਅਚਨਚੇਤ ਅਕਾਲ ਪੁਰਖ ਜੀ ਨੇ ਕਪਤਾਨ ਦੇ ਮਨ ਅੰਦਰ ਇਹ ਸੋਝੀ ਪਾਈ ਅਤੇ ਉਸ ਕਪਤਾਨ ਨੂੰ ਗੱਲ ਫਰੀ ਕਿ ਕਿਉਂ ਨਾ ਇਸ ਔਖੇ ਸਮੇਂ ਦੇ ਵਿੱਚ ਪਰਮਾਤਮਾ ਦੀ ਸਹਾਇਤਾ ਲਈ ਜਾਵੇ, ਜੋ ਕੇਵਲ ਅਤੇ ਕੇਵਲ ਹੀ ਇਸ ਵਕਤ ਸਾਡਾ ਸਾਥ ਦੇ ਸਕਦਾ ਹੈ। ਅਤੇ ਉੱਧਰ ਤੂਫਾਨ ਜਹਾਜ਼ ਨੂੰ ਬਦੋ-ਬਦੀ ਬਰਮੂਡਾ ਟਰਾਈਐਂਗਲ ਦੇ ਵੱਲ ਖਿੱਚੀ ਜਾ ਰਿਹਾ ਸੀ ਅਤੇ ਜਿਸ ਵਿੱਚ ਜਾਣ ਤੋਂ ਬਾਅਦ ਚਾਹੇ ਉਹ ਸਮੁੰਦਰੀ ਜਹਾਜ਼ ਹੋਵੇ ਜਾਂ ਹਵਾਈ ਜਹਾਜ਼, ਕੋਈ ਵੀ ਬਰਮੂਡਾ ਟਰਾਈਐਂਗਲ ਦੇ ਵਿੱਚ ਜਾ ਕੇ ਤਬਾਹੀ ਤੋਂ ਨਹੀਂ ਬਚ ਸਕਿਆ। ਅਤੇ ਕਪਤਾਨ ਨੇ ਸਭ ਤੋਂ ਪਹਿਲਾਂ ਈਸਾਈਆਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਪ੍ਰਭੂ ਨੂੰ ਪੁਕਾਰ ਕਰਨ ਕਿ ਸਾਨੂੰ ਇਸ ਵਿਪਤਾ ਵਿੱਚੋਂ ਕੱਢੋ। ਅਤੇ ਹੁਕਮ ਮੰਨ ਕੇ ਅਤੇ ਮੌਤ ਦੇ ਮੂੰਹ ਵਿੱਚ ਆਏ ਸਾਰੇ ਈਸਾਈਆਂ ਨੇ ਗੋਡੇ ਟੇਕ ਕੇ ਬਥੇਰੀ ਪ੍ਰਾਰਥਨਾ ਕੀਤੀ, ਪਰ ਕੋਈ ਨਾ ਬੌੜਿਆ। ਫਿਰ ਦੂਸਰੇ ਨੰਬਰ 'ਤੇ ਮੁਸਲਮਾਨ ਸਨ, ਉਹਨਾਂ ਨੂੰ ਵੀ ਹੁਕਮ ਹੋਇਆ ਕਿ ਪ੍ਰਾਰਥਨਾ ਕਰਨ, ਅਤੇ ਮੁਸਲਮਾਨ ਵੀ ਅਸਫਲ ਰਹੇ। ਤੀਜੇ ਨੰਬਰ 'ਤੇ ਹਿੰਦੂ ਸਨ, ਉਹਨਾਂ ਨੇ ਵੀ ਆਪਣੀ ਪੂਰੀ ਬਾਹ ਲਾਈ, ਪਰ ਕੁਝ ਵੀ ਕਾਰਗਰ ਸਿੱਧ ਨਾ ਹੋਇਆ। ਅਤੇ ਇਹ ਸਭ ਦੇਖ ਕੇ ਕਪਤਾਨ ਬਿਲਕੁਲ ਨਿਰਾਸ਼ ਹੋ ਗਿਆ ਅਤੇ ਉਸਨੇ ਸਾਰਿਆਂ ਨੂੰ ਆਪਣੀਆਂ ਜਾਨਾਂ ਬਚਾਉਣ ਦੇ ਵਾਸਤੇ ਕੁੱਦ ਜਾਣ ਦਾ ਹੁਕਮ ਦੇ ਦਿੱਤਾ, ਕਿਉਂਕਿ ਹੁਣ ਕੋਈ ਵੀ ਹੋਰ ਚਾਰਾ ਨਹੀਂ ਰਹਿ ਚੁੱਕਾ ਸੀ। ਅਤੇ ਸੋਢੀ ਹਰਭਜਨ ਸਿੰਘ ਜੀ ਨੇ ਲਿਖਿਆ ਹੈ ਕਿ ਇੰਨੇ ਨੂੰ ਕਪਤਾਨ ਦੀ ਨਜ਼ਰ ਮੇਰੇ ਲੜਕੇ 'ਤੇ ਪੈ ਗਈ, ਅਤੇ ਜੋ ਉਸ ਜਹਾਜ਼ ਵਿੱਚ ਇਕੱਲਾ ਸਿੱਖ ਸੀ। ਅਤੇ ਕਪਤਾਨ ਉਸ ਨੂੰ ਪਾਸ ਬੁਲਾ ਕੇ ਕਹਿਣ ਲੱਗਾ ਕਿ ਤੇਰਾ ਵੀ ਕੋਈ ਇਸ਼ਟ ਹੈ ਜੋ ਸਾਡੀ ਰਾਖੀ ਕਰ ਸਕੇ। ਅਤੇ ਸੋਢੀ ਸਾਹਿਬ ਦੇ ਲੜਕੇ ਨੇ ਸਿਰ ਹਿਲਾਇਆ ਅਤੇ ਇੱਕਦਮ ਹੀ ਬੂਟ ਲਾ ਕੇ 5 ਇਸ਼ਨਾਨਾਂ ਕਰਕੇ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ ਕਿ ਗੁਰੂ ਜੀ, ਤੁਸੀਂ ਮੱਖਣ ਸ਼ਾਹ ਲਵਾਣੇ ਦਾ ਜਹਾਜ਼ ਤੂਫਾਨ ਵਿੱਚੋਂ ਕੱਢਿਆ ਸੀ ਅਤੇ ਉਸ ਦੀ ਰੱਖਿਆ ਕੀਤੀ ਸੀ। ਅੱਜ ਅਸੀਂ ਉਸ ਦੇ ਭਰਾ ਤੁਹਾਡੀ ਸਹਾਇਤਾ ਮੰਗਦੇ ਹਾਂ। ਅਰਦਾਸ ਕਰਨ ਦੀ ਦੇਰ ਸੀ ਕਿ ਅਚਾਨਕ ਹੀ ਚੋਜੀ ਸਤਿਗੁਰਾਂ ਨੇ ਚੋਜ ਵਰਤਾ ਦਿੱਤਾ ਅਤੇ ਸਾਰੇ ਜਹਾਜ਼ ਦਾ ਅਮਲਾ ਕਪਤਾਨ ਸਮੇਤ ਹੈਰਾਨ ਰਹਿ ਗਿਆ ਕਿ ਇੱਕਦਮ ਹੀ ਸਾਗਰ ਸ਼ਾਂਤ ਹੋ ਗਿਆ ਹੈ ਅਤੇ ਹਵਾ ਦਾ ਤੂਫਾਨ ਵੀ ਬੰਦ ਹੋ ਗਿਆ ਹੈ। ਅਤੇ ਚੋਜੀ ਸਤਿਗੁਰਾਂ ਦਾ ਕੌਤਕ ਵੇਖ ਕੇ ਸਾਰਿਆਂ ਦੀ ਜਾਨ ਵਿੱਚ ਜਾਨ ਆਈ। ਫਿਰ ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਜਹਾਜ਼ ਵਿੱਚ ਭਰੇ ਹੋਏ ਪਾਣੀ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਇਹ ਬਹੁਤ ਹੀ ਵੱਡੀ ਕਰਾਮਾਤ ਸੀ ਅਤੇ ਜਹਾਜ਼ ਦੇ ਵਿੱਚ ਉਸ ਸਮੇਂ ਸਿੱਖਾਂ ਦੀ ਜੈ ਜੈਕਾਰ ਹੋ ਗਈ। ਅਤੇ ਕਪਤਾਨ ਨੇ ਸੋਢੀ ਸਾਹਿਬ ਦੇ ਲੜਕੇ ਲਈ ਇਹ ਸ਼ਬਦ ਵਰਤੇ ਸਨ, ਮਿਸਟਰ ਸੋਢੀ, ਯੂਅਰ ਗੋਡ ਹੈਜ਼ ਸੇਵਡ ਅਸ। ਅਤੇ ਕਈ ਵੀਰਾਂ ਭੈਣਾਂ ਨੂੰ ਸ਼ਾਇਦ ਇਹ ਗੱਲ ਝੂਠੀ ਲੱਗ ਸਕਦੀ ਹੈ ਕਿ ਸਿੱਖ ਧਰਮ ਦੇ ਵਿੱਚ ਕੋਈ ਕਰਾਮਾਤ ਨਹੀਂ ਅਤੇ ਨਾ ਹੀ ਕਰਾਮਾਤ ਲਈ ਸਿੱਖ ਧਰਮ ਦੇ ਵਿੱਚ ਕੋਈ ਥਾਂ ਹੈ, ਪਰ ਇਹ ਗੱਲ ਬਿਲਕੁਲ ਹੀ ਝੂਠੀ ਹੈ। ਗੁਰਬਾਣੀ ਆਪ ਪੜ੍ਹਿਆ ਕਰੋ ਅਤੇ ਵਿਚਾਰਿਆ ਕਰੋ, ਕਿਸੇ ਦੇ ਸੁਣੇ ਸੁਣਾਏ 'ਤੇ ਯਕੀਨ ਨਾ ਕਰਿਆ ਕਰੋ। ਗੁਰਬਾਣੀ ਵਿੱਚ ਤਾਂ ਪੈਰ ਪੈਰ 'ਤੇ ਕਰਾਮਾਤ ਹੈ।
ਹਾਂ, ਗੁਰੂ ਸਾਹਿਬ ਜੀ ਨੇ ਉਸ ਕਰਾਮਾਤ ਨੂੰ ਜ਼ਰੂਰ ਕਹਿਰ ਕਿਹਾ ਹੈ ਜਿਸ ਨੂੰ ਵਿਖਾ ਕੇ ਲੋਕਾਂ ਤੋਂ ਆਪਣੀ ਵਾਹ ਕਰਵਾਉਣੀ, ਵਡਿਆਈ ਕਰਵਾਉਣੀ। ਅਤੇ ਕਈ ਲੋਕ ਤਾਂ ਐਸੇ ਵੀ ਨੇ ਜਿਹੜੇ ਕਹਿ ਦਿੰਦੇ ਨੇ ਕਿ ਗੁਰਬਾਣੀ 84 ਲੱਖ ਜੂਨ ਨੂੰ ਵੀ ਨਹੀਂ ਮੰਨਦੀ। ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਕਿਹੜੀ ਗੁਰਬਾਣੀ ਪੜ੍ਹਦੇ ਹੋ, ਸਾਨੂੰ ਵੀ ਇਹ ਜ਼ਰੂਰ ਦੱਸਿਆ ਜਾਵੇ। ਅਤੇ ਇਹਨਾਂ ਕਿੰਤੂ ਪਰੰਤੂਆਂ ਦੇ ਕਾਰਨ ਹੀ ਅੱਜ ਸਿੱਖੀ ਦਾ ਘਾਣ ਹੋ ਰਿਹਾ ਹੈ। ਸੋ ਬੇਨਤੀ ਹੈ ਜੀ, ਅੰਮ੍ਰਿਤ ਛਕੋ, ਗੁਰਬਾਣੀ ਪੜ੍ਹੋ। ਇਹ ਵੀਡੀਓਜ਼ ਤਾਂ ਹੀ ਬਣਾਈਆਂ ਜਾਂਦੀਆਂ ਹਨ ਕਿ ਤੁਹਾਡੇ ਸਾਡੇ ਨਿਸ਼ਚੇ ਦੇ ਵਿੱਚ ਵਾਧਾ ਹੋ ਸਕੇ ਅਤੇ ਗੁਰਮੁਖ ਜਨਾਂ ਨੇ ਤਾਂ ਲਾਹਾ ਲੈ ਜਾਣਾ ਹੈ, ਪਰੰਤੂ ਤਰਕ ਕਰਨ ਵਾਲਿਆਂ ਦੇ ਲੋਕ ਪਰਲੋਕ ਦੋਵੇਂ ਜਗ੍ਹਾ 'ਤੇ ਚਪੇੜਾਂ ਪੈਂਦੀਆਂ ਰਹਿਣਗੀਆਂ। ਉਹਨਾਂ ਦਾ ਤਾਂ ਲੋਕ ਵੀ ਗਿਆ ਅਤੇ ਪਰਲੋਕ ਵੀ। ਇਤਨੀਆਂ ਬੇਨਤੀਆਂ ਪ੍ਰਵਾਨ ਜੀ, ਬੋਲਦਿਆਂ ਹੋਇਆਂ ਅਣਜਾਣ ਬੱਚਾ ਸਮਝ ਕੇ ਮਾफ़ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।